परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए एकागर, करिए रसना पवित्र ते बोलीए सारे। वाहिगुरु जी का खालसा, वाहिगुरु जी की फतेह। गुरमुख प्यारिओ, कोई पिछला अंकर प्रगट होया, कोई दिता लिया, कोई चंगा समा, कोई भले दा कारज कीता अगे आया, तां करके कलयुग दे भयानक समय दे विच आपां नूं सत संग दीआं अमोलक घड़ियां प्राप्त होईयां। सतगुरां दी बाणी दा फरमान आ, बिन भागां सत संग न लभै, बिन संगत मैल भरीजै जीओ। बिना कर्मां तो बिना भागां तो मनुख नूं सत संग दी प्राप्ति नहीं हुंदी, ते सत संग दी प्राप्ति तो बिना मनुख दे मन नूं मैल लगदी रहिंदी है, ते मनुख दी परमात्मा तो पई होई दूरी वधदी जांदी है, ते मनुख तिन्नां गुणां दे विच अपना जीवन बतीत करके इत्थों चलिया जांदा है। अगर मनुख गुरु दे नाल जुड़ जावे, ज्ञान दे नाल जुड़ जावे, तां ये अपनी जिहड़ी है टीचा मनोरथ मंजिल दी प्राप्ति कर सकदा। मंजिल साडी सारिਆਂ ਦੀ की है? साडी आत्मा ते परमात्मा दे विच पिया होया विछोड़ा, उस दूरी नूं खत्म करना किवें? गुर प्रसाद दे राहीं, गुरु दी किरपा दे राहीं। सो गुरमुख प्यारिओ, वाहिगुरू दी किरपा दे नाल आपां नूं गुरमत बदियाला पिंड अखाड़ा विखे इकत्तर हो के गुरबाणी दी विचार करन दा सुभागा समा प्राप्त होया। आओ मन बिरतियां बिल्कुल एकागर करके अज दे शब्द विच सानू धन श्री गुरु ग्रंथ साहिब जी सच्चे पातशाह हाजर नाजर की समझा रहे हैं। आओ सरवण करिए जी। सूही महला पहला, घर सतवा, एक ओंकार, सतगुर प्रसाद। जोग न खिंथा, जोग न डंडा, जोग न पसम चढ़ाइए, जोग न मुंदी मूड मडाया, जोग न सिंगी बाइए। अंजन माहे नरंजन रहिए, जोग जुगत इब पाइए। गल्ली जोग न होई, एक दृष्ट कर समसर जानै, जोगी कहिए सोई रहाओ। जोग न बाहर मड़ी मसाणी, जोग न ताड़ी लाइए, जोग न देश दसांतर पविया, जोग न तीर्थ नाइए। अंजन माहे नरंजन रहिए, जोग जुगत इब पाइए। सतगुर भेटै तां सहसा टूटै, ताबत बरज रहाइए। निझर झरै सहज धुन लागै, करही परचा पाइए। अंजन माहे नरंजन रहिए, जोग जुगत इब पाइए। नानक जीवत अमर रहिए, ऐसा जोग कमाइए। बाजे बाजो सिंगी बाजै, तो निरपौ पद पाइए। अंजन माहे नरंजन रहिए,
जोग जुगत तो पाइयै। अंजन माहे नरंजन रहियै, जोग जुगत तो पाइयै। सूही महला पहला। सूही राग दे विच ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ ਜੀ। ਘਰ ਸੱਤਵਾਂ ਕੀਰਤਨ ਕਰਨ ਦੀ ਤਗੀਦ ਸੱਤਵੇਂ ਘਰ ਵਿੱਚ ਕਰ ਰਹੇ ਹਨ ਤੇ ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 730 ਅੰਗ ਉੱਪਰ ਸੁਭਾਇਮਾਨ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਉਹ ਇੱਕ ਹੀ ਹੈ ਤੇ ਇੱਕ ਰਸ ਵਿਆਪਕ ਹੈ, ਕਣ ਕਣ ਦੇ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਜਗ੍ਹਾ 'ਤੇ ਹੈ। ਪਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਤੋਂ ਬਿਨਾ ਉਹਨੂੰ ਕਣ ਕਣ ਦੇ ਵਿੱਚ ਵਸਦੇ ਹੋਏ ਨੂੰ ਮਨੁੱਖ ਦੇਖ ਨਹੀਂ ਸਕਦਾ। ਇਸ ਕਰਕੇ ਗੁਰਪ੍ਰਸਾਦ, ਗੁਰੂ ਦਾ ਗਿਆਨ ਰੂਪੀ ਪ੍ਰਸਾਦ ਪ੍ਰਾਪਤ ਕਰਕੇ ਅਸੀਂ ਕਣ ਕਣ ਦੇ ਵਿੱਚ ਵਸਦੇ ਹੋਏ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ, ਮਨਮੁਖ ਤੋਂ ਗੁਰਮੁਖ ਬਣ ਸਕਦੇ ਹਾਂ, ਵਿਛੋੜੇ ਵਾਲੇ ਜੀਵਨ ਤੋਂ ਮਿਲਾਪ ਵਾਲਾ ਜੀਵਨ ਪ੍ਰਾਪਤ ਕਰ ਸਕਦੇ ਹਾਂ, ਦੁਹਾਗਣ ਤੋਂ ਸੁਹਾਗਣ ਬਣ ਸਕਦੇ ਹਾਂ। ਜੇ ਕਿਤੇ ਗੁਰਬਾਣੀ ਲੜ ਲੱਗ ਜਾਈਏ, ਗੁਰੂ ਲੜ ਲੱਗ ਜਾਈਏ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਭਾਈ। ਅੰਦਰਲੀ ਗੁਰਬਾਣੀ ਦੀ ਖੂਬਸੂਰਤੀ ਬਹੁਤ ਜ਼ਿਆਦਾ ਗੁਰਮੁਖ ਪਿਆਰਿਓ, ਬੜੀਆਂ ਗੱਲਾਂ ਸਮਝਾਈਆਂ ਗਈਆਂ। ਸ਼ਬਦ ਨੂੰ ਸਮਝਣ ਤੋਂ ਪਹਿਲਾਂ ਰਹਾਉ ਦੀ ਪੰਗਤੀ ਸਮਝਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ, ਸ਼ਬਦ ਦੀ ਵਿਚਾਰ ਉਹਦੇ ਆਲੇ ਦੁਆਲੇ ਘੁੰਮਦੀ ਹੈ। ਰਹਾਉ ਦੀ ਪੰਗਤੀ ਵਿੱਚ ਗੁਰੂ ਬਾਬਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਉਹ ਪਰਮਾਤਮਾ ਤੋਂ ਜਿਹੜੀ ਦੂਰੀ ਪਈ ਹੈ ਭਾਈ ਮਿਟ ਨਹੀਂ ਸਕਦੀ। ਪ੍ਰੈਕਟੀਕਲ ਕਰਨਾ ਪਵੇਗਾ, ਗਿਆਨ ਲੈਣਾ ਪਵੇਗਾ। ਜੇ ਆਪਾਂ ਕਹੀਏ ਬਈ ਬੱਚਾ ਗੱਲਾਂ ਦੇ ਨਾਲ ਹੀ ਪੜ੍ਹ ਜੂ, ਪੜ੍ਹੇ ਨਾ, ਟੀਚਰ ਕੋਲੇ ਜਾਵੇ ਨਾ, ਗਿਆਨ ਲਵੇ ਨਾ, ਤੇ ਗੱਲ ਨਹੀਂ ਬਣਨੀ। ਇਸੇ ਤਰ੍ਹਾਂ ਸਾਨੂੰ ਸਮਝਾਇਆ ਜਾ ਰਿਹਾ ਵੀ ਗੱਲਾਂ ਨਾਲ ਨਹੀਂ ਭਾਈ, ਪ੍ਰੈਕਟੀਕਲ ਕਰਨਾ ਪਵੇਗਾ। ਕਿਵੇਂ ਗੁਰੂ ਬਾਬਾ ਜੀ? ਗੁਰੂ ਬਾਬਾ ਜੀ ਸਮਝਾ ਰਹੇ ਹਨ ਭਾਈ, ਹਰੇਕ ਸਿੱਖ ਦਾ ਜਿਹੜਾ ਇਹ ਸਿਲੇਬਸ ਹੈ ਗੁਰਬਾਣੀ, ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣਾ ਅੰਦਰਲਾ ਕਾਰਜ ਮਨੁੱਖ ਨੇ ਕਰਨਾ ਹੁੰਦਾ, ਜਿਹਨੂੰ ਕਿਹਾ ਗਿਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਅਤੇ ਉਹ ਕਾਜ ਜਦੋਂ ਸਵਰ ਜਾਂਦਾ, ਮਨੁੱਖ ਦੀ ਅਵਸਥਾ ਗੁਰਮੁਖ ਵਾਲੀ ਬਣ ਜਾਂਦੀ ਹੈ, ਜੋੜ ਵਾਲੀ ਬਣ ਜਾਂਦੀ ਹੈ, ਮਿਲਾਪ ਵਾਲੀ ਬਣ ਜਾਂਦੀ ਹੈ, ਅਤੇ ਉਸ ਜੀਵਨ ਨੂੰ ਫਿਰ ਸੁੱਖਾਂ ਰੂਪੀ ਫਲ ਲੱਗਦੇ ਆ। ਵਿਛੋੜੇ 'ਚੋਂ ਦੁੱਖ ਪੈਦਾ ਹੁੰਦਾ, ਮਿਲਾਪ 'ਚੋਂ ਸੁੱਖ ਪੈਦਾ ਹੁੰਦਾ। ਪਰ ਇਹ ਗੱਲਾਂ ਨਾਲ ਹੋਣ ਵਾਲਾ ਕਾਰਜ ਨਹੀਂ ਹੈ ਭਾਈ ਗੁਰਮੁਖ ਪਿਆਰਿਓ। ਮਿਹਨਤ ਕਰਨੀ ਪਵੇਗੀ। ਪਹਿਲਾਂ ਆਪਣੀ ਜਿਹੜੀ ਸੁਰਤ ਆ ਧਰਮ ਖੰਡ ਦੇ ਵਿੱਚ ਪ੍ਰਵੇਸ਼ ਕਰੇਗੀ। ਧਰਮੀ ਕੌਣ ਹੁੰਦਾ, ਧਰਮ ਕੀ ਹੈ, ਧਰਮ ਨੂੰ ਸਮਝਣਾ, ਇਹ ਮਿਹਨਤ ਕਰਨੀ ਪਵੇਗੀ। ਉਸ ਤੋਂ ਬਾਅਦ ਗਿਆਨ ਖੰਡ ਦੇ ਵਿੱਚ ਅਵਸਥਾ ਪਹੁੰਚੇਗੀ ਸਾਡੀ ਸੁਰਤ। ਅਗਲੀ ਕਲਾਸ ਜਿਹਨੂੰ ਕਹਿ ਲਈਏ, 5 ਇਹ ਖੰਡ 5 ਤਰ੍ਹਾਂ ਦੇ ਇੱਕ ਇਮਤਿਹਾਨ ਦੇ ਵਿੱਚੋਂ ਅੱਗੇ ਦੀ ਅੱਗੇ ਮਨੁੱਖ ਦੀ ਸੁਰਤ ਨਿਕਲਦੀ ਹੈ। ਦੂਜੀ ਅਵਸਥਾ ਗਿਆਨ ਖੰਡ ਦੀ, ਗਿਆਨ ਲੈਣਾ। ਤੀਜੀ ਅਵਸਥਾ ਸ਼ਰਮ ਖੰਡ ਦੀ, ਇਸ ਗਿਆਨ 'ਤੇ ਚੱਲਣਾ। ਅਤੇ ਜਦੋਂ ਚੱਲ ਪਿਆ ਮਨੁੱਖ
ਭਾਵ ਆਪਣੀ ਘਾੜਤ ਘੜੀ ਗਈ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਉਸ ਤੋਂ ਬਾਅਦ ਫਿਰ ਕਰਮਖੰਡ ਭਾਵ ਬਖਸ਼ਿਸ਼ ਦਾ ਖੰਡ, ਅਤੇ ਉਸ ਤੋਂ ਬਾਅਦ ਸੱਚਖੰਡ ਭਾਵ ਮਿਲਾਪ ਦਾ ਖੰਡ, ਅਤੇ ਮਨੁੱਖ ਜਿਉਂਦਾ ਹੀ ਮੁਕਤੀ ਪ੍ਰਾਪਤ ਕਰ ਸਕਦਾ। ਗੁਰਬਾਣੀ ਦਾ ਫਰਮਾਨ ਆ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਇਹ ਮਿਹਨਤ ਦਾ ਕਾਰਜ ਆ ਭਾਈ। ਇਸ ਤਰ੍ਹਾਂ ਬੈਠ ਕੇ ਗੁਰਬਾਣੀ ਦੇ ਨਾਲ ਜੁੜ ਕੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੁੰਦੀ ਹੈ। ਹੁਣ ਆਪਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤ ਵੱਡਾ ਗਿਆਨ ਬਖਸ਼ਿਸ਼ ਕਰ ਰਹੇ ਹਨ। ਸਮੇਤ ਮੇਰੇ ਆਪਾਂ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਗੱਲਾਂ ਦੇ ਨਾਲ ਨਹੀਂ ਭਾਈ ਇਹ ਕਾਰਜ ਹੋਣਾ, ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਉਹ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋ ਸਾਰੇ ਜੀਵਾਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਦਾ। ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਓੰਕਾਰ ਕਹਿ ਲਈਏ, ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ, ਜੋ ਇੱਕੋ ਹੀ ਹੈ, ਇੱਕ ਓੰਕਾਰ ਆ। ਉਹ ਸਾਰਿਆਂ ਨੂੰ ਬਰਾਬਰ ਦੇਖਦਾ। ਜੋ ਉਹਨੂੰ ਜਾਣ ਲੈਂਦਾ ਹੈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜਾਣ ਲਵੇ ਜੋਗੀ ਕਹੀਐ ਸੋਈ। ਉਹਨੂੰ ਜੋਗੀ ਕਿਹਾ ਜਾਂਦਾ ਹੈ, ਉਹਨੂੰ ਜੁੜਿਆ ਹੋਇਆ ਕਿਹਾ ਜਾਂਦਾ ਹੈ, ਜਿਹੜਾ ਆਪਣਾ ਅੰਦਰਲਾ ਕਾਰਜ ਕਰ ਲਵੇ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨ ਹੋਏ, ਜਿਤ ਆਹਰ ਜਗ ਉਦਰੈ, ਬਿਰਲਾ ਬੁਝੈ ਕੋਏ। ਬਿਰਲੇ ਬਿਰਲੇ ਇਸ ਗੱਲ ਨੂੰ ਬੁੱਝ ਕੇ ਆਪਣੇ ਅੰਦਰ ਦਾ ਕਾਰਜ ਕਰਨ ਲੱਗ ਜਾਂਦੇ ਹਨ। ਸੋ ਇਹ ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ। ਇਹ ਜਿਹੜਾ ਇਹਨਾਂ ਅਵਸਥਾ ਦੇ ਵਿੱਚ ਨਿਕਲਦਾ, ਮਿਹਨਤ ਕਰਨੀ ਸ਼ੁਰੂ ਕਰ ਦਿੰਦਾ, ਉਹ ਹੌਲੀ ਹੌਲੀ ਜਿਹੜਾ ਜੁੜ ਜਾਂਦਾ। ਰਹਾਉ ਦੀ ਪੰਕਤੀ ਵਿੱਚ ਇਹ ਸਮਝਾਇਆ, ਇੱਕ ਬਾਹਰੋਂ ਜੋਗੀ, ਇੱਕ ਅੰਦਰੋਂ ਜੋਗੀ। ਭਾਵ ਇੱਕ ਸਰੀਰ ਦਾ ਜੋਗੀ ਬਣ ਜਾਣਾ, ਭਾਵ ਧਾਰਮਿਕ ਬਣ ਜਾਣਾ। ਜੋਗ ਤੋਂ ਅਰਥ ਹੈ ਜੁੜਨਾ, ਜੁੜਿਆ ਹੋਇਆ ਧਰਮੀ ਬਣ ਜਾਣਾ, ਇੱਕ ਅੰਦਰੋਂ ਬਣਨਾ। ਇਹ ਗੁਰੂ ਬਾਬਾ ਜੀ ਸਮਝਾ ਰਹੇ ਹਨ। ਹੁਣ ਆਪਣੀਆਂ ਸੁਰਤੀਆਂ ਬਿਰਤੀਆਂ ਪਹਿਲੀ ਪੰਕਤੀ 'ਤੇ ਫੇਰ ਲੈ ਕੇ ਆਈਏ। ਜੋਗ ਨਾ ਖਿੰਥਾ ਜੋਗ ਨਾ ਡੰਡੈ, ਜੋਗ ਨਾ ਪਸਮ ਚੜਾਈਐ। ਇੱਕ ਪਾਤਰ ਬਣਾ ਕੇ ਸਮਝਾਇਆ ਜਾ ਰਿਹਾ। ਜੋਗੀ ਦੀ ਸ਼ਕਲ ਬਣਾ ਲਓ, ਬਾਹਰੋਂ ਆਪਾਂ ਸਿਰਜ ਲਓ ਆਪਣੇ ਦਿਮਾਗ ਦੇ ਵਿੱਚ ਵੀ ਇੱਕ ਬਾਹਰਲਾ ਜੋਗੀ, ਇੱਕ ਅੰਦਰਲਾ। ਜੋਗ ਨਾ ਖਿੰਥਾ। ਹੁਣ ਜੋਗੀ ਦੇ ਕੋਲ ਖਿੰਥਾ ਹੁੰਦੀ ਹੈ, ਇੱਕ ਉਹਦੇ ਕੋਲੇ ਗੋਦੜੀ ਹੁੰਦੀ ਹੈ। ਉਹ ਜਿਹੜੀ ਅਸਲ ਦੇ ਵਿੱਚ ਕੀ ਹੈ ਕਿ ਲੀਰਾਂ ਦੇ ਨਾਲ ਬਣੀ ਹੁੰਦੀ ਹੈ, ਵੀ ਭਾਵ ਮੈਂ ਮਾਇਆ ਤੋਂ ਬਚ ਗਿਆ, ਮਾਇਆ ਤੋਂ ਪਰੇ ਹੋ ਗਿਆ, ਮੈਂ ਪਰਮਾਤਮਾ ਦੇ ਨਾਲ ਜੁੜ ਗਿਆ ਵਾਂ। ਅਸਲ ਜਿਹੜੀ ਸਾਡੀ ਗੋਥੜੀ ਆ, ਜਿਹੜੀ ਮਨ ਦੀ ਖਿੰਥਾ, ਉਹ ਇਹ ਹੈ ਕਿ ਸਾਡਾ ਧਿਆਨ ਅੰਦਰੋਂ, ਬਾਹਰੋਂ ਅਸੀਂ ਇੱਥੇ ਹੀ ਰਹੀਏ, ਸੰਸਾਰ ਦੇ ਵਿੱਚ ਹੀ ਰਹਿਣਾ। ਜਿਵੇਂ ਕਮਲ ਦੇ ਫੁੱਲ ਦੀ ਉਦਾਹਰਨ ਜਗ੍ਹਾ ਜਗ੍ਹਾ ਦਿੱਤੀ ਗਈ ਹੈ ਗੁਰਬਾਣੀ ਦੇ ਵਿੱਚ। ਗੁਰਮੁਖ ਪਿਆਰਿਓ, ਵੀ ਕਮਲ ਦਾ ਫੁੱਲ ਆ ਜਿਹੜਾ ਪੈਦਾ ਹੁੰਦਾ ਚਿੱਕੜ ਦੇ ਵਿੱਚ, ਪਰ ਉਹ ਉੱਪਰ ਰਹਿੰਦਾ, ਖਿੜਦਾ ਜਦੋਂ ਉਹ ਪਾਣੀ ਤੋਂ ਉੱਪਰ ਹੋ ਜਾਂਦਾ। ਕਹਿੰਦੇ ਜਦੋਂ ਪਾਣੀ ਵੱਧਦਾ ਨਾ ਤੇ ਉਹਦੇ ਨਾਲ ਹੀ ਡੰਡੀ ਵੱਧਦੀ ਜਾਂਦੀ ਹੈ। ਭਾਵ ਉਹ ਇੰਨਾ ਮੁਲਾਇਮ ਹੁੰਦਾ ਨਾ, ਉਹਦੇ 'ਤੇ ਜੇ ਕੋਈ ਤਰੇਲ ਦਾ ਤੁਪਕਾ ਵੀ ਨਹੀਂ ਰੁਕ ਸਕਦਾ, ਇੰਨਾ ਨਿਰਲੇਪ ਆ। ਪਰ ਜੜ ਉਹਦੀ ਛੱਪੜ ਦੇ ਵਿੱਚ ਆ। ਇਸੇ ਤਰ੍ਹਾਂ ਸਾਨੂੰ ਸਮਝਾਇਆ ਗਿਆ, ਰਹਿਣਾ ਅਸੀਂ ਦੁਨੀਆ ਦੇ ਵਿੱਚ ਹੀ ਹੈ, ਅਤੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਉੱਚਾ ਕਰਨਾ, ਅੰਦਰਲੋਂ ਮਨ ਦਾ ਯੋਗ ਕਰਾਉਣਾ। ਮਨ ਦੀ ਖਿੰਥਾ ਕੀ ਹੈ ਕਿ ਮਨ ਮਾਇਆ ਦੇ ਵਿੱਚੋਂ, ਮਨ ਦਿਖਾਵੇ ਦੇ ਵਿੱਚੋਂ, ਮਨ ਆ ਜਿਹੜਾ ਬੁਰਾਈਆਂ ਦੇ ਵਿੱਚੋਂ, ਬਾਹਰਲੀ ਦੁਨੀਆ ਦੇ ਵਿੱਚੋਂ ਨਿਕਲ ਜਾਵੇ। ਜੋਗ ਨਾ ਖਿੰਥਾ, ਬਾਹਰਲੀ ਖਿੰਥਾ ਪਾਉਣ ਨਾਲ ਨਹੀਂ, ਅਸਲ ਸੀ ਜਿਹੜੀ ਗੱਲ ਉਹ ਅੰਦਰੋਂ ਮਨ ਜੋਗੀ ਬਣਦਾ। ਜੋਗ ਨਾ ਡੰਡਾ,
ਤੇ ਜਿਹੜਾ ਡੰਡਾ ਕਾਹਦੇ ਵਾਸਤੇ ਜੋਗੀ ਫੜਦੇ ਆ ਕਿ ਆਪਾਂ ਤਾਂ ਇਹ ਸਮਝਦੇ ਆ ਵੀ ਖਾਨੀ ਕੁੱਤੇ ਬਿੱਲੇ ਵਾਸਤੇ, ਚਲੋ ਉਹ ਵੀ ਠੀਕ ਆ, ਬਾਹਰੋਂ ਆਪਾਂ ਮੰਨ ਲੈਂਦੇ ਆ, ਪਰ ਅਸਲ ਜੋਗੀ ਦਾ ਜੋ ਅਰਥ ਹੈ ਨਾ ਡੰਡਾ ਫੜਨ ਦਾ, ਉਹ ਇਹ ਹੈ ਕਿ ਮੈਂ ਮਨ ਨੂੰ ਕਾਬੂ ਕਰ ਲਿਆ, ਡੰਡੇ ਵਾਂਗੂ ਮਨ ਨੂੰ ਸਿੱਧਾ ਕਰ ਲਿਆ। ਅਸਲ ਜਿਹੜਾ ਯੋਗ ਇਹ ਹੈ ਕਿ ਮਨ ਨੂੰ ਕਾਬੂ ਕਰਨਾ। ਜਿਵੇਂ ਉਹ ਡੰਡੇ ਤੋਂ ਬਚਦਾ, ਡੰਡਾ ਲੈ ਕੇ ਕੁੱਤਿਆਂ ਬਿੱਲਿਆਂ ਤੋਂ ਬਚਦਾ, ਇਸੇ ਤਰ੍ਹਾਂ ਅਸੀਂ ਗਿਆਨ ਰੂਪੀ ਡੰਡਾ ਪ੍ਰਾਪਤ ਕਰਕੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਇਹਨਾਂ ਤੋਂ ਬਚਣਾ, ਇਹ ਅਸਲ ਯੋਗ ਆ। ਯੋਗ ਨਾ ਭਸਮ ਚੜਾਈਐ ਤੇ ਨਾ ਯੋਗ ਆ ਭਾਈ ਜਿਹੜਾ ਭਸਮ ਚੜਾਉਣ ਦੇ ਨਾਲ ਜਿਹੜੇ ਯੋਗੀ ਆ ਬਾਹਰੋਂ ਉਹ ਸਿਵਿਆਂ ਦੇ ਵਿੱਚੋਂ ਸੁਆਹ ਮੜ ਲੈਂਦੇ ਆ। ਉਹਦਾ ਅਸਲ ਅਰਥ ਕੀ ਹੈ ਜਿਹੜਾ ਗੁਰਬਾਣੀ ਮੁਤਾਬਕ ਸਾਨੂੰ ਸਮਝਾਇਆ ਗਿਆ, ਬਈ ਮੌਤ ਆ ਜਿਹੜੀ ਉਹਨੂੰ ਹਮੇਸ਼ਾ ਯਾਦ ਰੱਖਣਾ, ਵੀ ਸਿਵਿਆਂ 'ਚੋਂ ਉੱਠ ਕੇ ਆਏ ਆ ਭਾਈ। ਅਸਲ ਗਿਆਨ ਆ ਕਿ ਹਰ ਸਮੇਂ ਮੌਤ ਨੂੰ ਮਨੁੱਖ ਯਾਦ ਰੱਖੇ ਤਾਂ ਕਿ ਬੁਰੇ ਕੰਮ ਤੋਂ ਬਚਿਆ ਜਾ ਸਕੇ। ਪਤਾ ਨਹੀਂ ਕਦੋਂ ਮੇਰਾ ਸਮਾਂ ਆ ਜਾਣਾ, ਮੈਂ ਅੱਜ ਵੀ ਵਧੀਆ ਬਣਾ, ਮੈਂ ਕੱਲ੍ਹ ਵੀ ਵਧੀਆ ਰਹਾਂ, ਆਪਣੇ ਆਪ 'ਤੇ ਕਾਰਜ ਕਰਨਾ। ਇਹ ਸਾਰੀਆਂ ਬਾਹਰਲੀਆਂ ਗੱਲਾਂ, ਬਾਹਰੋਂ ਯੋਗ ਨਹੀਂ ਪ੍ਰਾਪਤ ਹੁੰਦਾ। ਗੁਰੂ ਬਾਬਾ ਜੀ ਸਮਝਾ ਰਹੇ ਹਨ ਕਿ ਬਾਹਰਲੇ ਕੰਮਾਂ ਦੇ ਵਿੱਚ ਕੁਛ ਨਹੀਂ, ਇਹ ਸਰੀਰਕ ਕਾਰਜ ਹੈ। ਅਸਲ ਆ ਮਨ ਨੇ ਜੋਗੀ ਬਣਨਾ। ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮਡਾਇਆ। ਤੇ ਨਾ ਭਾਈ ਜੋਗ ਹੁੰਦਾ ਮੁੰਦਰਾਂ ਪਾ ਕੇ ਬਾਹਰੋਂ। ਮੁੰਦਰਾਂ ਕਾਹਦੀਆਂ ਪਾਣੀਆਂ? ਮੁੰਦਾ, ਸੰਤੋਖ, ਸ਼ਰਮ, ਪੱਤ, ਝੋਲੀ, ਉੱਥੇ ਸਮਝਾਇਆ ਗਿਆ ਸੀ ਆਪਾਂ ਨੂੰ। ਧਿਆਨ ਕੀ ਕਰਹਿ ਵਿਭੂਤ, ਧਿਆਨ ਲਾਉਣਾ ਪਰਮਾਤਮਾ ਦੇ ਨਾਲੇ ਵਿਭੂਤੀ ਹੈ। ਬਾਹਰੋਂ ਮੁੰਦਰਾਂ ਪਾ ਲੈਣੀਆਂ ਤੇ ਬਾਹਰੋਂ ਮੂੰਡ ਮਡਾਇਆ, ਟਿੰਡ ਕਢਾ ਲੈਣੀ। ਉਹ ਤਾਂ ਹੁਣ ਘੰਟੇ 'ਚ ਜੋਗੀ ਬਣ ਜਾਣਾ। ਜੋਗੀ ਦਾ ਅਰਥ ਕੱਲਾ ਜੋਗੀ ਨੂੰ ਨਹੀਂ ਸੁਰਤ ਦੇ ਵਿੱਚ ਬਿਠਾਉਣਾ। ਗੁਰਬਾਣੀ ਸਰਬ ਸਾਂਝੀ ਹੈ। ਹਰ ਧਾਰਮਿਕ ਬੰਦਾ ਜਿਹੜਾ ਇੱਕ ਬਾਹਰੋਂ ਆ ਤੇ ਇੱਕ ਅੰਦਰੋਂ ਆ, ਕਿਉਂਕਿ ਨਹੀਂ ਕੀ ਹੋਵੇਗਾ, ਨਹੀਂ ਅਸੀਂ ਜੋਗੀ ਨੂੰ ਹੀ ਕਹਿ ਕੇ ਹਟ ਜਾਵਾਂਗੇ, ਸਾਡਾ ਭਲਾ ਨਹੀਂ ਹੋਵੇਗਾ। ਅਸੀਂ ਆਪਣੇ ਹੁਣ ਤੇ ਗੁਰਬਾਣੀ ਹੈ ਜਿਹੜੀ ਵਰਤਮਾਨ ਸਮਝਾਉਂਦੀ ਹੈ ਕਿ ਬਾਹਰਲੇ ਕੰਮਾਂ ਤੋਂ ਅਸੀਂ ਹਟਣਾ, ਬਾਹਰਲੇ ਜੋਗੀਆਂ ਤੋਂ ਬਚਣਾ ਤੇ ਆ ਅੰਦਰਲੇ ਜੋਗੀ ਨਾਲ ਜੁੜਨਾ, ਗੁਰਬਾਣੀ ਨਾਲ ਅਸੀਂ ਜੁੜਨਾ। ਜੋਗ ਨ ਮੁੰਦੀ ਮੂੰਡ ਮਡਾਇਆ, ਜੋਗ ਨ ਸਿੰਗੀ ਵਾਈਐ। ਜਿਹੜੀ ਸਿੰਗੀ ਵਜਾਉਂਦੇ ਆ ਜੋਗੀ, ਨਾ ਇਹਦੇ ਨਾਲ ਹੀ ਜੋਗ ਹੋ ਸਕਦਾ। ਇਹ ਵੀ ਸਾਰਾ ਜਿਹੜਾ ਬਾਹਰਲਾ ਪਦਾਰਥ ਇਕੱਠਾ ਕਰਨ ਵਾਸਤੇ ਹੀ ਜਿਹੜਾ ਸਾਰਾ ਕੁਝ ਹੋ ਰਿਹਾ। ਫਿਰ ਗੁਰੂ ਬਾਬਾ ਜੀ ਅਸਲ ਯੋਗ ਕੀ ਹੈ ਹੁਣ ਸਮਝਾਇਆ ਜਾ ਰਿਹਾ। ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਅੰਜਨ ਮਾਹੇ, ਅੰਜਨਾ ਸੁਰਮਾ, ਸੁਰਮੇ ਦਾ ਭਾਵ ਹੈ ਕਾਲਖ, ਕਾਲਖ ਤੋਂ ਭਾਵ ਹੈ ਅਗਿਆਨਤਾ। ਇਹ ਸੰਸਾਰ ਅੰਜਨ ਮਾਹੇ ਨਰੰਜਨ ਰਹੀ ਹੈ। ਇਹ ਅਗਿਆਨਤਾ ਦਾ ਭਰਿਆ ਹੋਇਆ, ਹਨੇਰੇ ਦਾ ਭਰਿਆ ਹੋਇਆ। ਇਹ ਸੰਸਾਰ ਦੇ ਵਿੱਚੋਂ ਹੀ ਨਿਰਅੰਜਨ ਹੋ ਜਾਣਾ, ਭਾਵ ਆਪਣੀ ਘਾੜਤ ਘੜ ਲੈਣੀ। ਇਹ ਦੁਨੀਆ ਦੇ ਵਿੱਚ ਬੁਰਾਈਆਂ ਹੈ, ਮੰਨਦੇ ਆ, ਗੁਰੂ ਬਾਬਾ ਜੀ ਸਮਝਾ ਰਹੇ ਨੇ, ਨਹੀਂ ਮੁੱਕਣੀਆਂ। ਪਰ ਭਾਈ ਸਿੱਖਾ, ਤੂੰ ਆਪਣੀ ਘਾੜਤ ਘੜ ਲੈਣੀ ਹੈ, ਤੂੰ ਨਿਰਲੇਪ ਹੋ ਜਾਣਾ, ਤੂੰ ਕੋਈ ਬੁਰਾ ਕੰਮ ਨਹੀਂ ਕਰਨਾ, ਤੂੰ ਅੰਦਰੋਂ ਜਾਗਰਤ ਹੋ ਜਾਣਾ, ਤੂੰ ਸਾਰੇ ਪਾਸਿਆਂ ਤੋਂ ਪਾਸਾ ਵੱਟ ਲੈਣਾ। ਇਹ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਅੰਦਰੋਂ ਨਿਰਲੇਪ ਹੋ ਜਾਣਾ, ਕਮਲ ਫੁੱਲ ਦੀ ਤਰ੍ਹਾਂ। ਇਹ ਗੁਰੂ ਬਾਬਾ ਜੀ ਸਮਝਾ ਰਹੇ ਹਨ। ਅਸਲ ਯੋਗ ਇਹ ਹੈ ਭਾਈ, ਇਹ ਆ ਗੁਰਮੁਖ ਦੀ ਅਵਸਥਾ, ਜਾਂ ਆਪਾਂ ਕਹਿ ਲਈਏ ਇੱਕ ਸਿੱਖ ਦੀ ਅਵਸਥਾ ਕਿ ਅੰਜਨ ਮਾਹੇ ਨਰੰਜਨ ਰਹੀ ਹੈ। ਇਹ ਮਾਇਆਵਾਦੀ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਹੀ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਜੋ ਉੱਚਾ ਕਰ ਲੈਂਦਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੋ ਜਾਂਦਾ ਹੈ, ਜੋ ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਂਦਾ ਹੈ, ਯੋਗ ਦੀ ਜੁਗਤੀ ਇਸ ਤਰ੍ਹਾਂ ਪਾਈ ਜਾਂਦੀ ਹੈ ਭਾਈ। ਗੱਲੀ ਜੋਗ ਨਾ ਹੋਈ ਤੇ ਗੱਲਾਂ ਦੇ ਨਾਲ ਯੋਗ ਨਹੀਂ ਹੁੰਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣਾ, ਜੋਗੀ ਕਹੀ ਹੈ ਸੋਈ ਜੋ ਪਰਮਾਤਮਾ ਨੂੰ ਜਾਣ ਲੈਂਦਾ, ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਉੱਚਾ ਕਰ ਲੈਂਦਾ, ਆਪਣੇ ਮਨ ਜੀਤੇ ਜਗ ਜੀਤ ਵਾਲਾ ਕਾਰਜ ਕਰ ਲੈਂਦਾ, ਆਤਮਾ ਤੇ ਪਰਮਾਤਮਾ ਦਾ ਮਿਲਾਪ ਕਰ ਲੈਂਦਾ, ਉਹਨੂੰ ਜੋਗੀ ਕਿਹਾ ਜਾਂਦਾ ਭਾਈ। ਰਹਾਓ ਜੋਗ ਨਾ ਬਾਹਰ, ਇੱਥੇ ਹੀ ਵਿਸ਼ਰਾਮ ਲੈ ਲਈਏ ਆਪਾਂ, ਫਿਰ ਅੱਗੇ ਪੜਾਂਗੇ।
ਬਾਹਰ ਜੋਗ ਨਹੀਂ ਹੈ। ਬਸ ਇੱਥੋਂ ਹੀ ਸਮਝ ਲਓ, ਇਹ ਬਾਹਰਲਾ ਸਫ਼ਰ ਨਹੀਂ ਹੈ, ਇਹ ਅੰਦਰਲਾ ਸਫ਼ਰ ਆ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਬਾਹਰਲਾ ਜਿਹੜਾ ਮਸਾਣਾ ਦੇ ਵਿੱਚ ਬਹਿਣਾ, ਮੜੀਆਂ ਨੂੰ ਪੂਜਣਾ, ਇਹ ਰੁਕਾਵਟ ਬਣ ਜਾਂਦੀ ਹੈ। ਸਾਡੀ ਸੁਰਤ ਜਦੋਂ ਪ੍ਰਮਾਤਮਾ ਵੱਲ ਨੂੰ ਚੱਲਦੀ ਹੈ ਨਾ, ਇਹ ਰੁਕਾਵਟਾਂ ਵਾ। ਗੁਰਬਾਣੀ ਇਹ ਸਮਝਾਉਂਦੀ ਹੈ ਵੀ ਇੱਥੇ ਰੁਕਣਾ ਨਹੀਂ ਹੈ। ਇਹ ਸਾਰੇ ਸਰੀਰਕ ਕਾਰਜ ਆ ਭਾਈ, ਅਸੀਂ ਕਾਰਜ ਕਰਨਾ ਅੰਦਰੋਂ ਮਨ ਦਾ। ਜੋਗ ਨਾ ਬਾਹਰ ਮੜੀ ਮਸਾਣੀ, ਮੜੀਆਂ ਮਸਾਣਾਂ ਦੇ ਵਿੱਚ ਜੋਗ ਨਹੀਂ ਹੈ, ਜੋਗ ਨਾ ਤਾੜੀ ਲਾਈ ਹੈ। ਫਿਰ ਕਹਿੰਦੇ ਬਾਬਾ ਜੀ ਬੈਠੇ ਆ ਆਪਣੇ ਸਿਵਿਆਂ ਦੇ ਵਿੱਚ, ਉਹ ਤਾਂ ਆਏ ਨਾ ਹਿਲਦੇ ਹੀ ਨਹੀਂ, ਕਹਿੰਦੇ ਆਏ ਬਹੁਤ ਚਿਰ ਬੈਠੇ ਰਹਿੰਦੇ ਆ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਨਹੀਂ ਭਾਈ ਜੋਗ ਨਾ ਤਾੜੀ ਲਾਈ ਹੈ। ਜਿੱਡੀ ਮਰਜ਼ੀ, ਜਿੰਨਾ ਚਿਰ ਭਾਵੇਂ ਇਹਦਾ ਪ੍ਰੈਕਟਿਸ ਆ, ਜਿੰਨਾ ਚਿਰ ਮਰਜ਼ੀ ਬੰਦਾ ਬਹਿ ਜਾਵੇ, ਗੱਲ ਤਾਂ ਅੰਦਰਲੀ ਹੈ ਵੀ ਮਨ ਜੁੜਿਆ ਕਿ ਨਹੀਂ। ਇਹ ਜੋਗੀ ਬਾਰੇ, ਬਾਹਰਲੇ ਜੋਗੀ ਬਾਰੇ ਤਾਂ ਗੁਰਬਾਣੀ ਨੇ ਇਹ ਸਮਝਾਇਆ ਬਈ ਪੂਰ ਤਾਪ ਗੇਰੀ ਕੇ ਬਸਤਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਾਸਤਾ, ਦੇਸ਼ ਛੋੜ ਪਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਅੰਦਰਲਾ ਕਾਰਜ ਹੋਇਆ ਨਹੀਂ, ਜੋਗੀ ਬਣਿਆ ਬੈਠਾ। ਗੁਰਬਾਣੀ ਨੇ ਤਾਂ ਇਹ ਸਮਝਾਇਆ ਭਾਈ, ਜੋਗ ਨਾ ਦੇਸ ਦਸੰਤਰ ਭਵਿਆ, ਜੋਗ ਨਾ ਤੀਰਥ ਨਹਾਈਐ। ਦੇਸ਼ਾਂ ਦਸਾਂਤਰਾਂ ਦੇ ਵਿੱਚ ਭਵਿਆ ਰਹਿ ਭਾਵੇਂ, ਜਿੱਥੇ ਮਰਜ਼ੀ ਚਲਿਆ ਜਾ, ਜਦੋਂ ਜਿੰਨਾ ਚਿਰ ਅੰਦਰਲਾ ਕਾਰਜ ਨਹੀਂ ਹੁੰਦਾ ਉਨਾ ਚਿਰ ਗੱਲ ਨਹੀਂ ਬਣਨੀ। ਕਿਉਂਕਿ ਜੋਗੀ ਨੂੰ ਕਿਹਾ ਜਾਂਦਾ ਵੀ ਤੈਂ ਇੱਕ ਥਾਂ ਨਹੀਂ ਰਹਿਣਾ, ਤੈਂ ਤੁਰਿਆ ਹੀ ਫਿਰਨਾ ਅੱਗੇ ਦੀ ਅੱਗੇ, ਤਾਂ ਕਿ ਤੇਰੇ ਅੰਦਰ ਮਮਤਾ ਨਾ ਪੈਦਾ ਹੋ ਜਾਵੇ, ਤੇਰੇ ਅੰਦਰ ਪਕੜ ਨਾ ਪੈਦਾ ਹੋ ਜਾਵੇ। ਪਰ ਸਾਨੂੰ ਸਮਝਾਇਆ ਕਿ ਅੰਦਰਲੀ ਪਕੜ ਛੱਡਣੀ ਹੈ। ਮੈਂ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਬਾਹਰਲੇ ਜਿਹੜੀ ਪਦਾਰਥਾਂ ਦੀ ਪਕੜ ਆ ਉਹ ਛੱਡਣੀ ਹੈ। ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਦੇ ਵਿੱਚ ਆ, ਉੱਥੇ ਵੀ ਆਨੰਦ ਆ। ਜੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਤਾਂ ਉੱਥੇ ਵੀ ਆਨੰਦ ਹੀ ਹੈ, ਉੱਥੇ ਵੀ ਰੱਬ ਦੇ ਗੀਤ ਗਾਏ ਜਾ ਰਹੇ ਆ। ਐਸਾ ਜਿਹੜਾ ਅੰਦਰੋਂ ਜੋਗ ਹੋ ਜਾਣਾ, ਜੋਗ ਨਾ ਦੇਸ਼ ਦਸੰਤਰ ਭਵਿਆਂ, ਜੋਗ ਨਾ ਤੀਰਥ ਨਹਾਈਐ। ਤੀਰਥਾਂ 'ਤੇ ਨਹਾਉਂਦਾ ਫਿਰ ਜਿੰਨਾ ਚਿਰ ਮਰਜੀ ਭਾਈ। ਲੌਕੀ 68 ਤੀਰਥ ਨਹਾਈ। ਲੌਕੀ ਦਾ ਜਿਹੜਾ ਹੈਗਾ ਫਲ ਉਹ 68 ਤੀਰਥਾਂ 'ਤੇ। ਕਹਿੰਦੇ ਇੱਕ ਵਾਰੀ ਮੈਨੂੰ ਗੱਲ ਯਾਦ ਆ ਗਈ, ਕਹਿੰਦੇ ਕਬੀਰ ਜੀ ਬੈਠਾ ਸੀ, ਕਬੀਰ ਨੂੰ ਕਹਿੰਦੇ ਵੀ ਨਾਸਤਕ ਹੋ ਗਿਆ, ਐਂ ਹੋ ਗਿਆ। ਜਿਹੜੇ ਉੱਥੋਂ ਦੇ ਪੁਜਾਰੀ ਲੋਕ ਸੀ ਉਹ ਬਹੁਤ ਉਹਨਾਂ ਨੇ ਤੰਗ ਕੀਤਾ ਭਗਤਾਂ ਨੂੰ, ਅਤੇ ਉਹ ਨਹਾਉਣ ਜਾਂਦੇ ਸੀ। ਕਹਿੰਦੇ ਵੀ ਕਬੀਰ ਜੀ ਜਾਣਾ? ਕਹਿੰਦੇ ਵੀ ਨਹੀਂ, ਮੈਨੂੰ ਤਾਂ ਇੱਥੇ ਹੀ ਠੀਕ ਆ, ਆਪਾਂ ਤਾਂ ਆਤਮਿਕ ਇਸ਼ਨਾਨ ਕਰ ਲਿਆ, ਹੁਣ ਆਪਾਂ ਨੂੰ ਬਾਹਰਲੇ ਸਰੀਰਕ ਨਹਾਉਣ ਦੀ ਲੋੜ ਹੀ ਨਹੀਂ ਰਹੀ। ਵੀ ਤੁਸੀਂ ਐਂ ਕਰੋ, ਮੈਨੂੰ ਕੰਮ ਆ। ਕਿਉਂਕਿ ਸਿੱਧਾ ਨਹੀਂ ਕਿਹਾ ਭਗਤ ਕਬੀਰ ਜੀ ਨੇ। ਕਹਿੰਦਾ ਆਹ ਮੇਰੀ ਨਾ ਲੌਕੀ ਹੈ ਇੱਕ, ਇਹਨੂੰ ਲੈ ਜਾਓ। ਉਹ ਫਲ ਜਿਹੜੀ ਅੰਦਰੋਂ ਜ਼ਹਿਰ ਸੀਗੀ, ਅਤੇ ਇਹਨੂੰ ਇਸ਼ਨਾਨ ਕਰਾ ਲਿਆਇਓ। ਉਹ ਭਾਈ 68 ਤੀਰਥਾਂ ਦਾ ਇਸ਼ਨਾਨ ਕਰਕੇ ਵਾਪਸ ਆ ਕੇ ਕਬੀਰ ਜੀ ਦੇ ਕੋਲ ਫੇਰ ਰੁਕੇ, ਅਤੇ ਕਬੀਰ ਜੀ ਕਹਿੰਦੇ ਵੀ ਲੌਕੀ ਨੂੰ ਨਵਾ ਲਿਆਏ? ਕਹਿੰਦੇ ਹਾਂ। ਕਹਿੰਦੇ ਕਬੀਰ ਜੀ ਕਹਿੰਦੇ ਲਿਆਓ ਵੀ ਇਹਦੀ ਚਟਣੀ ਬਣਾਈਏ। ਫਿਰ ਕਹਿੰਦੇ ਚਟਣੀ ਬਣਾ ਲਈ। ਜਦੋਂ ਪ੍ਰਸ਼ਾਦਾ ਛਕਣ ਲੱਗੇ ਨਾ, ਕਹਿੰਦੇ ਚਮਚਾ ਚਟਣੀ ਦਾ ਨਾਲ ਹੀ ਰੱਖਤਾ। ਜਿਹੜਾ ਵੀ ਚਟਣੀ ਲਾਵੇ ਕਹਿੰਦਾ ਕਬੀਰ ਜੀ ਇਹ ਤਾਂ ਜ਼ਹਿਰ ਆ। ਬਸ ਕਹਿੰਦੇ ਆਹੀ ਗੱਲ ਆ, ਅੰਦਰੋਂ ਆ ਨਾ ਜਿਹੜੀ ਮਨੁੱਖ ਦੀ ਜ਼ਹਿਰ, ਉਹ ਗੁਰਬਾਣੀ ਦੇ ਆਤਮਿਕ ਗਿਆਨ ਨਾਲ ਲੈਂਦੀ ਹੈ। ਜਦੋਂ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਜੋਗ ਨਾ ਦੇਸ ਦਸੰਤਰ ਭਵਿਆਂ, ਜੋਗ ਨਾ ਤੀਰਥ ਨਹਾਈਐ। ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਹਾਂ ਭਾਈ ਜੋਗੀ ਬਣਿਆ ਜਾ ਸਕਦਾ, ਆਨੰਦ ਮਾਣਿਆ ਜਾ ਸਕਦਾ, ਜੀਵਨ ਦਾ ਜੁੜਿਆ ਜਾ ਸਕਦਾ। ਇਸੇ ਸੰਸਾਰ ਦੇ ਵਿੱਚ ਹੀ ਰਹਿੰਦਿਆਂ ਕੁਝ ਵੀ ਛੱਡਣ ਦੀ ਲੋੜ ਨਹੀਂ ਹੈ। ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ। ਗੱਲ ਕੀ ਹੈ? ਅਸੀਂ ਗਿਆਨ, ਆਤਮਿਕ ਗਿਆਨ ਪ੍ਰਾਪਤ ਕਰਨਾ। ਅੰਜਨ ਮਾਹੇ ਨਰੰਜਨ ਰਹੀ ਹੈ। ਜਿਹੜਾ ਇਸ ਦੁਨੀਆ ਦੇ ਵਿੱਚ ਰਹਿੰਦਾ ਹੀ, ਆਪਣੇ ਫਰਜ਼ ਨਿਭਾਉਂਦਾ ਹੀ, ਆਪਣੇ ਬਾਲ ਬੱਚੇ ਪਾਲਦਾ ਹੀ, ਮਾਇਆ ਇਕੱਠੀ ਕਿਉਂਕਿ ਪਾਪਾਂ ਵਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਅਤੇ ਜੇ ਕਿਤੇ ਇੱਧਰੋਂ ਬੰਦਾ ਬਚ ਜਾਵੇ ਨਾ,
ਤੇ ਅੰਜਨ 'ਚ ਹੀ ਨਿਰੰਜਨ ਰਹਿ ਸਕਦਾ। ਇਸ ਤਰ੍ਹਾਂ ਗੁਰੂ ਬਾਬਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈ ਹੈ। ਇਹ ਆ ਭਾਈ ਜੋਗ ਦੀ ਜੁਗਤੀ, ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਰਾਹੀਂ, ਗੁਰਪ੍ਰਸਾਦ ਰਾਹੀਂ ਇਹ ਸਾਰੇ ਗਿਆਨ ਦਾ ਆਪਾਂ ਨੂੰ ਪਤਾ ਲੱਗਦਾ। ਸਤਿਗੁਰ ਭੇਟੇ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈਐ। ਸਤਿਗੁਰ ਭੇਟੈ, ਹੁਣ ਅਸਲੀ ਜੋਗੀ ਕਿਵੇਂ ਬਣਿਆ ਜਾ ਸਕਦਾ? ਬਾਹਰਲੇ ਜੋਗ ਵੀ ਸਮਝਾ ਦਿੱਤਾ। ਬਾਹਰਲਾ ਜੋਗ ਮੰਨ ਲਓ ਕੱਲਾ ਜੋਗੀ ਨਹੀਂ, ਬਾਹਰਲਾ ਧਰਮੀ ਵੀ ਸਮਝਾ ਦਿੱਤਾ ਤੇ ਅੰਦਰਲਾ ਧਰਮੀ ਵੀ ਹੁਣ ਸਮਝਾਉਣਗੇ। ਸਤਿਗੁਰ ਭੇਟੈ, ਜਿਹੜਾ ਅੰਦਰੋਂ ਗੁਰਮੁਖ ਬਣ ਜਾਂਦਾ ਹੈ, ਕਿਉਂਕਿ ਹੁਣ ਅਸੀਂ ਸਾਡਾ ਜੋਗੀਆਂ ਨਾਲ ਨਹੀਂ ਜ਼ਿਆਦਾ ਵਾਹ ਪੈਣਾ, ਸਾਡਾ ਮਨ ਨੂੰ ਜੋਗੀ ਬਣਾਉਣਾ। ਇਹ ਕਿਤੇ ਨਕਲੀ ਨਾ ਰਹਿ ਜਾਵੇ, ਇਹ ਕਿਤੇ ਉੱਤੋਂ ਨਾ ਰਹਿ ਜਾਵੇ। ਸਤਿਗੁਰ ਭੇਟੇ ਤਾਂ ਸਹਿਸਾ ਟੁੱਟੈ, ਜੇ ਸਤਿਗੁਰੂ ਦਾ ਮਿਲਾਪ ਹੋ ਜਾਵੇ, ਸਤਿਗੁਰੂ ਦੇ ਲੜ ਲਾਇਆ। ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਆਪਾਂ ਨੂੰ? ਗੁਰਮੁਖ ਪਿਆਰਿਓ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੈਂ ਲੇ। ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਜਿਵੇਂ ਜਿਵੇਂ ਮਨੁੱਖ ਸਤਿਗੁਰਾਂ ਦੇ ਨਾਲ ਜੁੜਦਾ ਜਾਂਦਾ, ਜਿਵੇਂ ਜਿਵੇਂ ਸਿੱਖ ਗੁਰੂ ਦੇ ਨਾਲ ਜੁੜਦਾ ਜਾਂਦਾ, ਤਾਂ ਸਿੱਖ ਦੇ ਮਨ ਦੇ ਵਿੱਚੋਂ ਵਹਿਮ ਭਰਮ ਤੌਖਲੇ, ਇਹ ਮੜੀਆਂ ਮਸਾਣਾਂ ਦੇ ਡਰ, ਇਹ ਸਾਰਾ ਕੁਝ ਜਿਹੜਾ ਹੈ ਇਹ ਟੁੱਟਦਾ ਜਾਂਦਾ। ਇਹ ਕੂੜ ਦੀ ਪਾਲ ਟੁੱਟਦੀ ਜਾਂਦੀ ਹੈ। ਧਾਵਤ ਵਰਜ ਰਹਾਈਐ, ਗੁਰੂ ਦੇ ਗਿਆਨ ਦੇ ਰਾਹੀਂ ਮਨ ਜਿਹੜਾ ਦਸਾਂ ਪਾਸਿਆਂ 'ਤੇ ਧੌਂਦਾ, ਕਿਤੇ ਟਿਕਦਾ ਹੀ ਨਹੀਂ, ਇੱਧਰ ਭੱਜ ਲਿਆ ਇੱਧਰ ਭੱਜ ਲਿਆ, ਉਹ ਟਿਕਣਾ ਸ਼ੁਰੂ ਹੋ ਜਾਂਦਾ ਭਾਈ। ਧਾਵਤ ਵਰਜ ਰਹਾਈਐ, ਵਰਜਿਆ ਜਾ ਸਕਦਾ। ਨਿਚਰ ਝਰੈ ਸਹਿਸ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਜੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਭਾਈ, ਟਿਕਣਾ ਪਊਗਾ। ਬਿਲਕੁਲ ਜਿਹੜਾ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ ਨੂੰ ਸਰਵਣ ਕਰਨਾ ਪਊਗਾ। ਹੁਣ ਨੇਚਰ ਝਰੈ ਬੋਲਣ 'ਚ ਕਈ ਵਾਰੀ ਹੋ ਜਾਂਦਾ। ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਅਸੀਂ ਟਿਕ ਜੀਏ ਕਿਤੇ, ਗੁਰੂ ਦਾ ਗਿਆਨ ਸਾਡੇ ਉੱਪਰ ਦੀ ਪਵੇ। ਨਿਝਰ ਝਰੈ, ਜਿਹੜਾ ਝੜਦਾ ਨਹੀਂ ਸੀ ਉਹ ਵੀ ਝੜਨ ਲੱਗ ਜਾਂਦਾ। ਇਹਨੂੰ ਸਮਝਣ ਦੇ ਵਾਸਤੇ ਐਂ ਕਰਨਾ ਪਊਗਾ ਬਈ, ਐਂ ਸਮਝ ਲਈਏ ਵੀ ਤਰਪਾਲ ਆ ਇੱਕ, ਤਰਪਾਲ ਦੇ ਵਿੱਚ ਪਾਣੀ ਉੱਪਰ ਇਕੱਠਾ ਹੋਇਆ। ਹੁਣ ਉਹ ਤਰਪਾਲ ਆ ਜਿਹੜੀ, ਉਹਦੇ ਵਿੱਚ ਸੂਆ ਮਾਰਨ ਦੀ ਲੋੜ ਆ। ਜਦੋਂ ਸੂਆ ਵੱਜ ਗਿਆ ਨਾ, ਕੇਰਾਂ ਹੈਗੀ ਉੱਚੀ ਆ, ਉਹ ਬੰਦੇ ਦੀ ਸੁਰਤੀਆਂ ਬਿਰਤੀਆਂ ਤੋਂ ਮੁਸ਼ਕਲ ਕੰਮ ਆ। ਗੁਰੂ ਦੇ ਰਾਹੀਂ ਜੇ ਕਿਤੇ ਉਹਦੇ 'ਚ ਸੂਆ ਵੱਜ ਜਾਵੇ ਨਾ, ਉੱਪਰੋਂ ਪਾਣੀ ਦਲ ਵਸਣ ਲੱਗ ਜੂ। ਜਿਹੜਾ ਗੁਰੂ ਨਾਲ ਜੁੜ ਕੇ ਆਪਣੀ ਕੂੜ ਦੀ ਤਰਪਾਲ ਦੇ ਵਿੱਚ ਗੁਰੂ ਦੇ ਗਿਆਨ ਦਾ ਸੂਆ ਮਾਰ ਲੈਂਦਾ ਹੈ, ਉਹਦੇ ਅੰਦਰੋਂ ਹੀ ਉਹ ਅੰਮ੍ਰਿਤ ਰੂਪੀ ਜਲ ਜਿਹੜਾ ਤਰਪਾਲ ਦੇ ਵਿੱਚ ਇਕੱਠਾ ਤਾਂ ਹੋਇਆ ਸੀ, ਪਰ ਸੂਆ ਨਹੀਂ ਮਾਰਿਆ। ਇਸ ਕਰਕੇ ਥੱਲੇ ਬੈਠਾ ਨਹਾਉਣ ਤੋਂ ਬਿਨਾਂ ਮੁਸ਼ਕਲ ਦੇ ਵਿੱਚ ਸੀ, ਪਿਆਸਾ ਮਰੀ ਜਾਂਦਾ ਸੀ ਬੰਦਾ, ਤੇ ਇੱਕ ਨੇ ਸੂਆ ਮਾਰ ਲਿਆ, ਇਸ਼ਨਾਨ ਵੀ ਕਰ ਲਿਆ, ਪਾਣੀ ਵੀ ਇਕੱਠਾ ਕਰ ਲਿਆ, ਤੇ ਸੋਝੀ ਵੀ ਆ ਗਈ, ਸਾਰਾ ਕੁਝ ਹੀ ਹੋ ਗਿਆ। ਇਹ ਗਿਆਨ ਦਾ ਸੂਆ ਮਾਰਨਾ ਜ਼ਰੂਰੀ ਹੈ। ਤੇ ਨਿਚਰ ਝਰੈ ਸਹਿਜ ਧੁਨ ਲਾਗੈ, ਅਰਥ ਕੀ ਹੈ? ਮਨ ਨੇ ਟਿਕਾਓ ਦੇ ਵਿੱਚ ਆ ਜਾਣਾ, ਧੁਨੀ ਪਕੜ ਲੈਣੀ ਹੈ। ਗੁਰਬਾਣੀ ਦੇ ਲੜ ਲੱਗ ਕੇ ਅਸੀਂ ਅੱਗੇ ਵੀ ਆਪਾਂ ਵਿਚਾਰ ਕਰਦੇ ਹਾਂ ਵੀ ਸੂਰਜ ਦੀ ਕਿਰਨ ਪਕੜ ਲਈਏ ਤਾਂ ਅਸੀਂ ਸੂਰਜ ਤੱਕ ਪਹੁੰਚ ਸਕਦੇ ਹਾਂ। ਜੇ ਕਿਤੇ ਗੁਰਬਾਣੀ ਨੂੰ, ਸਾਡੀ ਸ਼ਬਦ ਨੂੰ ਸੁਰਤ ਪਕੜ ਲਾਵੇ ਨਾ, ਤੇ ਇਹ ਧੁਰਕੀ ਬਾਣੀ ਆਈ ਆ, ਧੁਰੇ ਦੇ ਨਾਲ ਅਸੀਂ ਜੁੜ ਸਕਦੇ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈਣੀ ਹੈ ਭਾਈ, ਘਰ ਹੀ ਪਰਚਾ ਪਾਈਆ। ਜੇ ਸੱਚ ਵੱਲ ਨੂੰ ਧੁਨੀ ਲੱਗ ਜੇ ਨਾ, ਘਰ ਦੇ ਅੰਦਰ ਹੀ ਬੰਦਾ ਪਰਚ ਜਾਂਦਾ ਹੈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ ਰਹਿਣੀ।
ਬਾਹਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਈਐ। ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਇਸ ਦੁਨੀਆ ਦੇ ਵਿੱਚੋਂ ਹੀ ਅਸੀਂ ਆਪਣੀ ਘਾੜਤ ਕਢਾਉਣੀ ਹੈ। ਜਿਵੇਂ ਦੁਨੀਆ ਦੇ ਵਿੱਚ ਦੇਖੋ ਬੁਰੇ ਆਦਮੀ ਵੀ ਹੁੰਦੇ ਆ ਤੇ ਚੰਗੇ ਆਦਮੀ ਵੀ ਹੁੰਦੇ ਆ। ਚੰਗੇ ਆਦਮੀ ਆ ਜਿਹੜੇ ਉਹ ਬਹੁਤ ਮਿਹਨਤ ਨਾਲ ਬਣਦੇ ਆ, ਬੜੀ ਉਹਨਾਂ ਦੇ ਪਿੱਛੇ ਮਿਹਨਤ ਹੁੰਦੀ ਆ, ਕਿਉਂਕਿ ਮਨ ਹਰ ਇੱਕ ਦਾ ਡੋਲਦਾ। ਇਸੇ ਤਰ੍ਹਾਂ ਭਾਈ ਜਿਹੜੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਉਹ ਦਰਗਾਹ ਕਿੱਥੇ ਆ ਭਾਈ? ਇਹ ਜਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿੱਚ ਵਾਸ। ਉਹ ਇੱਥੇ ਹੀ ਚੰਗਾ ਜੀਵਨ ਬਤੀਤ ਕਰਕੇ ਜਾਂਦੇ ਆ ਭਾਈ। ਹੁਣ ਦੇਖੋ 70 ਸਾਲ ਮੰਨ ਲਓ, 70 ਸਾਲ ਦਾ ਪੈਕੇਜ ਆ ਜਿਹੜਾ ਪਰਮਾਤਮਾ ਨੇ ਦੇ ਕੇ ਸਾਨੂੰ ਭੇਜ ਦਿੱਤਾ। ਮੰਨ ਲਓ 70 ਸਾਲ ਜਿਉਣਾ। ਹੁਣ 70 ਸਾਲ ਦੇ ਵਿੱਚ ਮੈਂ ਕਰਦਾ ਕੀ ਆ, ਕੀ ਕੀਤਾ ਮੈਂ, ਉਹ ਮੇਰਾ ਲੇਖਾ ਸਾਰਾ ਬਣੀ ਜਾਣਾ। ਮੈਂ ਕਿੰਨੀਆਂ ਬੇਈਮਾਨੀਆਂ, ਕਿੰਨੀਆਂ ਧੋਖੇ, ਕਿੰਨੀਆਂ ਠੱਗੀਆਂ, ਉਹ ਸਾਰਾ ਮੇਰੇ ਅੰਦਰ ਆ ਜਿਹੜਾ ਉਹ ਬਣ ਜਾਣਾ। ਉਹ ਭਿਆਨਕ ਦ੍ਰਿਸ਼ ਬਣ ਜਾਂਦਾ। ਉਹ ਗੁਰੂ ਦੇ ਨਾਲ ਜੁੜਨ ਦੇ ਨਾਲ, ਗੁਰਬਾਣੀ ਨਾਲ ਜੁੜਨ ਦੇ ਨਾਲ ਫਿਰ ਅੰਦਰ ਪਤਾ ਲੱਗਦਾ। ਅਤੇ ਉੱਥੋਂ ਗੁਰੂ ਬਾਬਾ ਜੀ ਸਮਝਾ ਰਹੇ ਨੇ ਵੀ ਉਸ ਕੰਮ ਤੋਂ ਅਸੀਂ ਸਾਰੇ ਤੋਂ ਬਚ ਸਕੀਏ, ਸਾਡੀ ਘਾੜਤ ਘੜੀ ਜਾ ਸਕੇ, ਅਸੀਂ ਚੰਗੇ ਇਨਸਾਨ ਬਣ ਜਾਈਏ, ਗੁਰਮੁਖ ਬਣ ਜਾਈਏ। ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਜਿਹੜੇ ਗੁਰੂ ਨਾਲ ਜੁੜ ਜਾਂਦੇ ਆ, ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ, ਜਿਹੜੇ ਅਸਲੀ ਸਾਧੂ ਬਣ ਜਾਂਦੇ ਆ, ਅਸਲੀ ਧਰਮੀ ਬਣ ਜਾਂਦੇ ਆ, ਉਹਨਾਂ ਨੂੰ ਕਿਤੇ ਬਾਹਰ ਅੰਦਰ ਜਾਣ ਆਉਣ ਦੀ ਲੋੜ ਨਹੀਂ ਭਾਈ। ਉਹਨਾਂ ਦੇ ਅੰਦਰ ਹੀ ਆਨੰਦ ਬਣ ਜਾਂਦੇ ਆ। ਉਹਨਾਂ ਦੇ ਹਿਰਦੇ ਘਰ ਵਿੱਚ ਹੀ ਪਰੀਆਂ ਉਤਰੇ ਆਉਂਦੀਆਂ, ਸਾਰਾ ਕੁਝ ਅੰਦਰ ਹੀ ਵਿਆਹ ਦਾ ਮਾਹੌਲ ਬਣ ਜਾਂਦਾ। ਚਾਰ ਲਾਵਾਂ ਅੰਦਰ ਹੀ ਹੋ ਜਾਂਦੀਆਂ, ਅਪੂਰਬ ਜਨ ਬਣਾਈ ਅੰਦਰ ਹੀ ਜਨ ਆ ਜਾਂਦੀ ਹੈ। ਉਹ ਮਿਲਾਪ ਦੀ ਜਿਹੜੀ ਅਵਸਥਾ ਭਾਈ, ਇਹ ਗੁਰੂ ਬਾਬਾ ਜੀ ਸਮਝਾ ਰਹੇ ਹਨ। ਬਾਹਰਲੀਆਂ ਗੱਲਾਂ ਨਾਲ ਨਹੀਂ ਇਹ ਕੰਮ ਹੁੰਦਾ। ਇਹਦੇ ਵਾਸਤੇ ਨਾਮ ਜਪਣਾ ਪਊਗਾ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਪਊਗਾ। ਉਹ ਗਿਆਨ ਦੇ ਨਾਲ ਪ੍ਰਮਾਤਮਾ ਕਿੱਥੇ ਆ, ਪ੍ਰਮਾਤਮਾ ਨੂੰ ਰਾਹ ਕਿਹੜਾ ਜਾਂਦਾ, ਉਹਦੇ ਰਸਤੇ ਦੇ ਵਿੱਚ ਰੁਕਾਵਟਾਂ ਕੀ ਆ, ਮੜੀਆਂ ਮਸਾਣੀਆਂ, ਇਹ ਜਿਹੜੀਆਂ ਛੋਟੀਆਂ ਚੀਜ਼ਾਂ, ਇਹ ਰੁਕਾਵਟਾਂ ਨੂੰ ਪਾਰ ਕਰਕੇ ਮਨ ਨੇ ਨਿਕਲਣਾ। ਠੀਕ ਆ, ਰਸਤਾ ਔਖਾ ਜ਼ਰੂਰ ਆ, ਪੜ੍ਹਾਈ ਔਖੀ ਜ਼ਰੂਰ ਲੱਗਦੀ ਹੈ ਬੱਚੇ ਨੂੰ, ਪਰ ਜਦੋਂ ਰਾਹ 'ਤੇ ਪੈ ਜਾਂਦਾ ਨਾ, ਜਦੋਂ ਗੁਰੂ ਰਾਹ ਦਸੇਰਾ ਬਣ ਜਾਂਦਾ ਨਾ, ਜਦੋਂ ਮਨੁੱਖ ਨੂੰ ਕੋਈ ਟੀਚਰ ਵਧੀਆ ਮਿਲ ਜਾਂਦਾ ਨਾ, ਕਿਤੇ ਜ਼ਿੰਦਗੀ ਦੇ ਵਿੱਚ ਮਨੁੱਖ ਦੀ ਪਲਟੀ ਵੱਜ ਜਾਂਦੀ ਹੈ ਜੀਵਨ ਦੀ। ਇਸੇ ਤਰ੍ਹਾਂ ਜਿਹੜੇ ਗੁਰੂ ਨਾਲ ਜੁੜ ਜਾਂਦੇ ਆ ਭਾਈ, ਅੰਜਨ ਮਾਹੇ ਨਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਆਹ ਤਰੀਕਾ ਭਾਈ ਗੁਰਮੁਖ ਪਿਆਰਿਓ ਜੋਗ ਪਾਉਣ ਦਾ, ਆਪਣੇ ਘਰ ਦੇ ਵਿੱਚ ਰਹਿੰਦਿਆਂ ਹੀ, ਆਪਣੇ ਬਾਲ ਬੱਚੇ ਪਾਲਦਿਆਂ ਹੀ, ਆਪਣੇ ਕੰਮ ਧੰਦੇ ਕਰਦਿਆਂ ਹੀ, ਸੁਬਾਹ ਸ਼ਾਮ ਅਸੀਂ ਇਹ ਟਾਈਮ ਕੱਢਣਾ, ਸੰਗਤ ਬਣਾ ਕੇ ਗੁਰੂ ਦੀ ਜਿਹੜੀ ਹੈ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਨਾਨਕ ਜੀਵਤ ਅਮਰ ਰਹੀਐ, ਐਸਾ ਜੋਗ ਕਮਾਈਐ। ਗੁਰੂ ਬਾਬਾ ਜੀ ਸਮਝਾ ਰਹੇ ਹਨ ਕਿ ਬਾਹਰਲੀਆਂ ਸਰੀਰ ਦੀਆਂ ਗੱਲਾਂ ਨਹੀਂ ਭਾਈ, ਕਿਤੇ ਮਨ ਵਿਕਾਰਾਂ ਵਾਲੇ ਪਾਸਿਓਂ ਮਰ ਜਾਵੇ, ਮਨ ਬੁਰਾਈਆਂ ਵਾਲੇ ਪਾਸਿਓਂ ਮਰ ਜਾਵੇ। ਜਿਉਂਦਿਆਂ ਹੀ ਇਹ ਕਾਰਜ ਹੋਣ ਵਾਲਾ, ਮਰਿਆਂ ਤੋਂ ਬਾਅਦ ਤਾਂ ਚਾਂਸ ਹੀ ਖਤਮ। ਉਦੋਂ ਬਾਅਦ ਫਿਰ ਕੀ ਕਰਾਂਗੇ? ਬਾਅਦ ਨਹੀਂ ਕੋਈ ਗੱਲ ਬਣਦੀ। ਇਹ ਤਾਂ ਜੀਵਤ ਆ, ਜਿਉਂਦਿਆਂ ਹੀ ਕਿਤੇ ਮਰ ਕੇ ਰਹੀਏ। ਵਿਕਾਰਾਂ ਵਾਲੇ ਪਾਸਿਓਂ, ਹਉਮੈ ਵਾਲੇ ਪਾਸਿਓਂ ਕਿਵੇਂ ਮਰਿਆ ਜਾਂਦਾ? ਜੇ ਗੁਰੂ ਨਾਲ ਜੁੜ ਜਾਵਾਂਗੇ, ਅੰਦਰੋਂ ਨਿਮਰਤਾ ਆ ਜਾਊਗੀ, ਅੰਦਰੋਂ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਹਉਮੈ ਨਿਕਲ ਜੂਗੀ ਤੇ ਨਿਮਰਤਾ ਆ ਜਾਊਗੀ। ਜਦੋਂ ਅੰਦਰ ਹਉਮੈ ਨਿਕਲ ਗਈ, ਅੰਦਰ ਗਿਆਨ ਜਾਣਾ ਸ਼ੁਰੂ ਹੋ ਗਿਆ। ਮਨ ਨੂੰ ਮਾਰਨਾ ਇਹੀ ਤਾਂ ਸਭ ਤੋਂ ਵੱਡਾ ਕੰਮ ਆ ਭਾਈ। ਦੂਜੇ ਨੂੰ ਅਕਲ ਮੱਤ ਦੇਣੀ ਤਾਂ ਬਹੁਤ ਸੌਖਾ ਕੰਮ ਆ ਗੁਰਮੁਖ ਪਿਆਰਿਓ, ਪਰ ਗੱਲ ਤਾਂ ਕੰਮ ਆ, ਕਰਨਾ ਤਾਂ ਅਸੀਂ ਆਪਦੇ ਆਪ 'ਤੇ ਕਰਨਾ। ਆਪਦੇ ਆਪ ਨੂੰ ਸੋਚਣਾ, ਆਪਦੇ ਆਪ ਨੂੰ ਚੰਗਾ ਬਣਾਉਣਾ। ਅਤੇ ਇਹ ਮੇਰਾ ਜਾਣੀ ਇੱਕ ਜਿਵੇਂ ਕਹਿ ਲਓ ਵੀ ਇੱਕ ਤਜਰਬਾ ਕਹਿ ਲਓ ਜਾਂ ਕੌਨਫੀਡੈਂਸ ਕਹਿ ਲਓ ਵੀ ਜਿਹੜਾ ਅੱਜ ਆਪਾਂ ਸ਼ੁਰੂ ਕੀਤਾ, 1 ਮਹੀਨਾ ਆਪਣੇ ਆਪ ਨੂੰ ਹੀ ਪਤਾ ਲੱਗੂਗਾ ਵੀ ਕੀ ਗੱਲ ਬਣਦੀ ਹੈ ਕਿ ਨਹੀਂ ਬਣਦੀ,
क्योंकि ये सुरतियां बिरतियां ਉੱਚੀਆਂ ਕਰਨ ਦਾ ਕੰਮ ਆ। ਤੇ ਗੁਰੂ ਬਾਬਾ ਜੀ ਇਹੀ ਸਮਝਾ ਰਹੇ ਹਨ, ਜੀਵਤਿਆਂ ਮਰ ਰਹੀ ਹੈ। ਮਨ ਨੇ ਜਦੋਂ ਗਿਆਨ ਲੈ ਲਿਆ, ਆਤਮਿਕ ਗਿਆਨ ਹੋ ਗਿਆ, ਜਿਉਂਦਾ ਹੀ ਮਰ ਗਿਆ ਵਿਕਾਰਾਂ ਵਾਲੇ ਪਾਸਿਓਂ। ਮਨ ਨੇ ਸਮਝ ਲਿਆ ਕਿ ਉਹ ਪ੍ਰਮਾਤਮਾ ਦਾ ਕੈਮਰਾ ਲੱਗਿਆ ਹੋਇਆ, ਜੇ ਮੈਂ ਬੁਰਾ ਕੰਮ ਕਰੂੰਗਾ ਮੇਰੇ ਕੋਈ ਭੈਣ ਭਾਈ ਕੋਈ ਖੜਨ ਵਾਲਾ ਨਹੀਂ, ਮੈਨੂੰ ਭੁਗਤਣਾ ਪਊਗਾ। बस जदों मन ऐ सुचेत हो गया, जीवत्या मर रही है, ऐसा जोग कमाई है। बाजे बाजों सिंगी बाजै तो निरभौ पद पाई है। बाजे बाजों हुण बाजा बजाउणा पैंदा। देखो वजाउणा पहलां असीं सिੱਖਣ ਵੇਲੇ ਜ਼ੋਰ ਲਾਉਣਾ, सारा कुछ करना। ਜਦੋਂ देखो ਕਹਿੰਦੇ ਨਾ ਰਾਕਟ ਚਾੜਨ ਵੇਲੇ ਕਹਿੰਦੇ ਥੱਲਿਓਂ ਜਿਹੜਾ ਚੜਾਉਣ ਦਾ ਖਰਚਾ ਜ਼ਿਆਦਾ ਹੁੰਦਾ, ਜਦੋਂ ਉਤਲੀ ਹਵਾ 'ਚ ਲੈ ਜਾਂਦਾ ਫਿਰ ਉਹ ਉੱਡਦਾ ਫਿਰਦਾ। ਇਸੇ ਤਰ੍ਹਾਂ ਉਤਲੀ ਹਵਾ 'ਚ ਅਸੀਂ ਜਿਹੜਾ ਹੈ ਪਹੁੰਚਣਾ, ਜਿਹਨੂੰ ਕਹਿ ਲਈਏ ਵੀ ਗਿਆਨ ਦੇ ਰਾਹੀਂ ਸੱਚਖੰਡ ਦੇ ਵਿੱਚ ਪਹੁੰਚਣਾ, ਤੇ ਉੱਥੇ ਫਿਰ ਆਟੋਮੈਟਿਕ ਸਿੰਗੀਆਂ ਬਾਜੇ ਵੱਜਦੇ ਆ। बाजे बाजों एक तो बजाउणा पैंदा, सौखे अर्थ समझ लीए भी एक तो धक्के नाल मन नूं पहलां पहलां लाउणा पैंदा, बई मन तू कुछ ना कुछ चंगा काम कर आए। तो इधरले पासे नूं जदों ये सबर गया, जदों ये गुरमुख वाली अवस्था दे विच आ गया ना, फिर धक्के ना नहीं, फिर उधर नूं पुट्ठे पासे नूं मन जाना ही नहीं। मन ने अपने आप ही इधरले पासे नूं चल पैना। इहनूं कहिंदे आ सिंगियां बाजे बज जाने, अंदरों सच दा पता लग जाना। मेरा तजर्बा तां इह है भी जदों गुरबाणी वध तो वध ऐ हो जे ना, भी गुरबाणी नूं होर समझ गए ते उदों समझ लो गल बननी शुरू हो जाती है, क्योंकि बहुत वड्डा ज्ञान अंदर बाजे बजण लग जाते हैं। तो निरभौ पद पाई है, जिहड़ा गुरु नाल जुड़ जाता वो तिन्नां गुणां दे विच भै आ, भाव जला, वो निरभौ पद भाव चौथी पदवी नूं प्राप्त कर लेंदे आ गुरमुख प्यारे, जिथे सिंगियां बाजे आटोमैटिक ही बजदे आ। अंजन माहे नरंजन रही है, जोग जुगत तो पाई है। गुरु बाबा जी गुरु नानक सच्चे पातशाह जी समझा रहे हैं, उत्थे आ भाई बाजे अपने बजदे अपने आप ही। जिहड़ा अंजन माहे नरंजन रही है, जोग जुगत तो पाई है। बस भाई असल गल आही है भी ये दुनिया दे विच भी रहना, दुनिया स्यों मेरा ठाठा बागा, बाहरले भी काम धंधे करने आ, बाहरले भी फर्ज निभाउणे आ। जानी कह लीए भी बाहरों संसार दे नाल ते अंदरों निरंकार दे नाल, अकाल पुरख ना, परमात्मा ना, वाहिगुरु ना। जदों साडियां सुरतियां बिरतियां जुड़ गईयां, जदों मिलाप वाली अवस्था बन गई, जब हम होते तब तू नाही, अब तू ही मैं नाही, मैं तो तू हो जाना। अपने आप नूं सवार लेना, आप सवार हैं, मैं मिला है, मैं मिलिया सुख होए। आ भाई असली जोग आ। बाहरलियां जिहड़ियां तन तो खेडां शुरू हो जांदियां, पेंडूलम समझ लो बई माना विचाले ते इधर ताना ते इधरले पासे आ जिहड़ा आत्मा वाला खेल आ। जे मन तन नाल जुड़ गया फिर ये तन दे खिलारे च संसार दे विच इन्हां दे विच पच जूगा। जे किते मन इधरले पासे नूं ना ध्यान कीता ते इधरले पासे नूं जुड़ गया, आ स्वाद असल नूं जान गया, फिर नकल दे नाल नहीं जुड़दा। जुड़िया मन तां नकल दे नाल क्योंकि असल नूं नहीं जाणिया। जदों असल नूं जान लिया फिर नकली चीज़ नहीं बंदा लैंदा। बस जदों गुरबाणी नूं जान लिया, जदों गुरबाणी दे राहीं गुरप्रसाद दे राहीं अपने अंदरली जोत नूं जान लिया, फिर अंदरों ही आनंद आ भाई, गुरमुख वाली अवस्था बन जाती है। सतगुरु सच्चे पातशाह भाई सारियां ते किरपा करन, बस अपना ये अंदरला जिहड़ा जोग हो जावे। सो ये निमाणी जी कोशिश आपां पिंड खाड़े दे विद्यालय वल्लों कीती होई है। संगत जी सारियां दे सहयोग की लोड़ आ। होईयां भुल्लां गलतियां कमियां दी माफ़ी बख्शना जी। आओ गज के फतेह बुलाइए। वाहिगुरु जी का खालसा, वाहिगुरु जी की फतेह।